नमस्कार दोस्तों, स्वागत है आपका हमारे यूट्यूब चैनल एग्ज़ाम प्रेपरेशन पर। आज का सेशन शुरू करने से पहले यदि आप हमारे चैनल पर नए हैं तो हमारे इस चैनल को सब्सक्राइब करें, वीडियो को लाइक करें, शेयर करें और बेल बटन को प्रेस करना ना भूलें। ਅੱਜ ਦੇ ਸੈਸ਼ਨ ਦੇ ਵਿੱਚ ਪੜਾਂਗੇ ਆਪਾਂ ਪੱਲਵ ਰਾਜਵੰਸ਼। ਚੱਲਦੇ ਹਾਂ ਜੀ ਅੱਜ ਦੇ ਆਪਣੇ ਇਸ ਟੌਪਿਕ ਤੇ। ਹਾਂਜੀ, ਕੁਝ ਇੰਪੋਰਟੈਂਟ ਫੈਕਟ ਪੱਲਵ ਰਾਜਵੰਸ਼ ਨਾਲ ਸੰਬੰਧਿਤ। ਹਾਂਜੀ, ਜਿਹੜਾ ਪੱਲਵ ਰਾਜਵੰਸ਼ ਹੈ ਉਹਦਾ ਜਿਹੜਾ ਸਮਾਂ ਸ਼ਾਸਨ ਦਾ ਉਹ ਹੈ 275 ਤੋਂ ਲੈ ਕੇ 897 ਈਸਵੀ ਤੱਕ। ਪੱਲਵ ਦੱਖਣ ਭਾਰਤ ਦੇ ਵਿੱਚ ਇੱਕ ਬਹੁਤ ਵੱਡੀ ਸ਼ਕਤੀ ਦੇ ਰੂਪ ਦੇ ਵਿੱਚ ਉੱਭਰੇ। ਹਾਂਜੀ, ਇਹਨਾਂ ਦਾ ਜਿਹੜਾ ਸ਼ਾਸਨ ਦਾ ਸਮਾਂ ਹੈ ਉਹ 275 ਈਸਵੀ ਤੋਂ ਲੈ ਕੇ 897 ਈਸਵੀ ਤੱਕ ਦੇ ਲਗਭਗ 500 ਸਾਲ ਤੱਕ ਦਾ ਮੰਨਿਆ ਜਾਂਦਾ ਹੈ। ਪੱਲਵ ਰਾਜਵੰਸ਼ ਦੀ ਜਿਹੜੀ ਰਾਜਧਾਨੀ ਸੀ ਉਹ ਕਾਂਚੀ ਜਾਂ ਕਾਂਚੀਪੁਰਮ ਸੀ। ਪੱਲਵ ਜਿਹੜੇ ਸਾਤਵਾਹਨ ਰਾਜਵੰਸ਼ ਦੇ ਪਤਨ ਤੋਂ ਬਾਅਦ ਇਹ ਪ੍ਰਮੁੱਖਤਾ ਇਹਨਾਂ ਨੇ ਪ੍ਰਾਪਤ ਕੀਤੀ ਤੇ ਜਿਹੜੇ ਪੱਲਵ ਹੈ ਉਹ ਸਾਤਵਾਹਨਾਂ ਦੀ ਜ਼ਗੀਰਦਾਰਾਂ ਦੇ ਵਜੋਂ ਸੇਵਾ ਕਰਦੇ ਸਨ। ਠੀਕ ਹੈ ਜੀ, ਧਿਆਨ ਰੱਖਣਾ ਹੈ ਜਿਹੜੇ ਪੱਲਵ ਹੈ ਉਹ ਸਾਤਵਾਹਨਾਂ ਦੀ ਜ਼ਗੀਰਦਾਰਾਂ ਵਜੋਂ ਸੇਵਾ ਕਰਦੇ ਸਨ ਤੇ ਜਦੋਂ ਸਾਤਵਾਹਨ ਰਾਜਵੰਸ਼ ਦਾ ਪਤਨ ਹੋਇਆ ਉਸ ਤੋਂ ਬਾਅਦ ਪੱਲਵ ਰਾਜਵੰਸ਼ ਨੇ ਪ੍ਰਮੁੱਖਤਾ ਪ੍ਰਾਪਤ ਕੀਤੀ। ਮਹਿੰਦਰ ਵਰਮਨ ਪਹਿਲਾ ਤੇ ਨਰ ਸਿਮਾ ਵਰਮਨ ਪਹਿਲਾ ਇਸ ਰਾਜ ਦੇ ਪ੍ਰਮੁੱਖ ਜਿਹੜੇ ਸ਼ਕਤੀਸ਼ਾਲੀ ਜਿਹੜੇ ਰਾਜੇ ਸੀਗੇ ਤੇ ਪੱਲਵ ਦਾ ਜਿਹੜਾ ਅੰਤ ਹੈ 9ਵੀਂ ਸਦੀ ਦੇ ਵਿੱਚ ਚੋਲ ਸ਼ਾਸਕ ਅਦਿੱਤਿਆ ਪਹਿਲੇ ਦੁਆਰਾ ਜਿਹੜਾ ਕੀਤਾ ਗਿਆ। ਚੋਲ ਸ਼ਾਸਕਾਂ ਦੁਆਰਾ ਪੱਲਵਾਂ ਦਾ ਜਿਹੜਾ ਉਹ ਅੰਤ 9ਵੀਂ ਸਦੀ ਦੇ ਵਿੱਚ ਕੀਤਾ ਗਿਆ। ਠੀਕ ਹੈ ਜੀ, ਇਹ ਧਿਆਨ ਰੱਖਣਾ ਜੀ, ਸਾਰੇ ਫੈਕਟ ਇੰਪੋਰਟੈਂਟ ਹੈ ਜੀ। ਪੱਲਵ ਰਾਜਵੰਸ਼ ਦੀ ਰਾਜਧਾਨੀ ਸੀ ਕਾਂਚੀ ਜਾਂ ਕਾਂਚੀਪੁਰਮ। ਹਾਂਜੀ, ਕੁਝ ਇੰਪੋਰਟੈਂਟ ਫੈਕਟ ਹੈ ਜਿਹੜੇ ਇਸ ਚਾਰਟ ਦੇ ਵਿੱਚ ਜਿਹੜੇ ਤੁਸੀਂ ਧਿਆਨ 'ਚ ਰੱਖਣੇ ਆ। ਜਿਹੜਾ ਪੱਲਵ ਰਾਜਵੰਸ਼ ਹੈ ਉਹਦਾ ਸਮਾਂ ਹੈ 275 ਤੋਂ ਲੈ ਕੇ 897 ਈਸਵੀ ਤੱਕ। ਹਾਂਜੀ, ਸੀਮਾ ਵਿਸ਼ਨੂੰ ਇਹਦਾ ਜਿਹੜਾ ਹੈ ਮੋਢੀ ਮੰਨਿਆ ਜਾਂਦਾ ਹੈ ਪੱਲਵ ਰਾਜਵੰਸ਼ ਦਾ। ਠੀਕ ਹੈ ਜੀ, 575 ਤੋਂ ਲੈ ਕੇ 600 ਈਸਵੀ ਤੱਕ ਇਹਦਾ ਕਾਰਜਕਾਲ ਦਾ ਸਮਾਂ ਸੀਗਾ। ਮਹਿੰਦਰ ਵਰਮਨ ਪਹਿਲਾ, ਠੀਕ ਹੈ ਜੀ, ਜਿਹੜਾ ਕਿ ਸਿਮ ਵਿਸ਼ਨੂੰ ਦਾ ਪੁੱਤਰ ਸੀਗਾ, 600 ਤੋਂ ਲੈ ਕੇ 630 ਤੱਕ ਇਹਦਾ ਕਾਰਜਕਾਲ ਹੈ। ਨਰਸਿਮਾ ਵਰਮਨ ਮਹਿੰਦਰ ਵਰਮਨ ਦਾ ਪੁੱਤਰ ਹੈ ਇਹ, 630 ਤੋਂ ਲੈ ਕੇ 668 ਤੱਕ। ਫਿਰ ਆਪਣੇ ਕੋਲ ਨਰਸਿਮਾ ਵਰਮਨ ਸੈਂਕੜ ਹੈ ਜੀ, ਇਹਦਾ ਕਾਰਜਕਾਲ ਹੈਗਾ ਜੀ ਆਪਣੇ ਕੋਲ 695 ਤੋਂ ਲੈ ਕੇ 720 ਈਸਵੀ ਤੱਕ। ਫਿਰ ਆਪਣੇ ਕੋਲ ਹੈ ਜੀ ਪਰਮੇਸ਼ਵਰ ਵਰਮਨ 720 ਤੋਂ ਲੈ ਕੇ 730 ਤੱਕ ਤੇ ਆਖਰੀ ਜਿਹੜਾ ਸੀਗਾ ਇਸ ਵੰਸ਼ ਦਾ ਸ਼ਾਸਕ ਉਹ ਸੀ ਅਪਰਾਜਿਤ ਵਰਮਨ। ਠੀਕ ਹੈ ਜੀ, ਇਹ ਤੁਸੀਂ ਸਾਰੇ ਧਿਆਨ 'ਚ ਰੱਖਣੇ ਹੈ। ਠੀਕ ਹੈ। ਹਾਂਜੀ, ਸੀਮਾ ਵਿਸ਼ਨੂੰ 575 ਤੋਂ ਲੈ ਕੇ 600 ਈਸਵੀ ਤੱਕ ਇਹਦਾ ਕਾਰਜਕਾਲ ਹੈ। ਪੱਲਵ ਰਾਜਵੰਸ਼ ਦਾ ਸੰਸਥਾਪਕ ਜਿਹੜਾ ਇਹ ਮੰਨਿਆ ਜਾਂਦਾ ਸੀਮਾ ਵਿਸ਼ਨੂੰ ਨੂੰ। ਠੀਕ ਹੈ ਜੀ, ਸੰਸਕ੍ਰਿਤ ਦਾ ਮਹਾਨ ਕਵੀ ਜਿਹੜਾ ਭਰਵੀ ਇਸ ਦਰਬਾਰ ਦੇ ਵਿੱਚ ਸੀ ਤੇ ਉਹਦੇ ਦੁਆਰਾ ਜਿਹੜਾ ਲਿਖਿਆ ਗਿਆ ਉਹਦੀ ਰਚਨਾ ਹੈ ਉਹ ਹੈ ਜੀ ਕ੍ਰਿਤਾਰਜੁਨੀਅਮ। ਠੀਕ ਹੈ ਜੀ, ਇਹ ਇੰਪੋਰਟੈਂਟ ਹੈ, ਧਿਆਨ ਰੱਖਣਾ ਹੈ। ਕ੍ਰਿਤਾਰਜੁਨੀਅਮ ਇਹ ਉਹਦੀ ਰਚਨਾ ਹੈ ਜੀ। ਸੀਮਾ ਵਿਸ਼ਨੂੰ ਨੇ ਵਿਸ਼ਨੂੰ ਜੋਤਰਯੁਗ ਜਾਂ ਅਵਨੀ ਸਿੰਘ ਦਾ ਮਤਲਬ ਹੁੰਦਾ ਹੈ ਧਰਤੀ ਦਾ ਸ਼ੇਰ। ਠੀਕ ਹੈ ਜੀ, ਦਾ ਖਿਤਾਬ ਹੈ ਜਿਹੜਾ ਉਹ ਧਾਰਨ ਕੀਤਾ। ਅਵਨੀ ਦਾ ਮਤਲਬ ਧਰਤੀ ਹੁੰਦਾ, ਸਿੰਘ ਦਾ ਮਤਲਬ ਹੁੰਦਾ ਸ਼ੇਰ। ਠੀਕ ਹੈ, ਸੀਮਾ ਵਿਸ਼ਨੂੰ ਨੇ 2 ਖਿਤਾਬ ਜਿਹੜੇ ਉਹ ਧਾਰਨ ਕੀਤੇ ਸੀ, ਵਿਸ਼ਨੂੰ ਜੋਤਰਯੁਗ ਦਾ ਤੇ ਅਵਨੀ ਸਿੰਘ ਦਾ। ਉਸਨੇ ਆਪਣੇ ਰਾਜ ਦੌਰਾਨ ਚੇਰ, ਚੌਲ, ਪਾਂਡਿਆ, ਕਲਬ ਰਾਜਿਆਂ ਦੇ ਯੁੱਧਾਂ ਵਿੱਚ ਉਹਨਾਂ ਨੂੰ ਹਰਾ ਕੇ ਆਪਣੀ ਪ੍ਰਸਿੱਧੀ ਦੇ ਵਿੱਚ ਵਾਧਾ ਕੀਤਾ ਸੀ। ਠੀਕ ਹੈ ਜੀ, ਉਸਨੇ ਚੋਲਾਂ ਨੂੰ ਹਰਾਇਆ ਤੇ ਆਪਣੇ ਰਾਜ ਨੂੰ ਕਾਵੇਰੀ ਨਦੀ ਦੇ ਮੁਹਾਨੇ ਤੱਕ ਵਧਾ ਲਿਆ। ਚੋਲ ਮੰਡਲ ਦੀ ਜਿੱਤ ਤੋਂ ਬਾਅਦ ਉਸਨੇ ਅਵਨੀ ਸਿੰਘ ਅਤੇ ਸਿੰਘ ਵਿਸ਼ਨੂੰ ਪੇਰੂਮਾਰ ਦਾ ਜਿਹੜਾ ਖਿਤਾਬ ਹੈ ਜਿਹੜਾ ਉਹ ਧਾਰਨ ਕੀਤਾ ਸੀਗਾ। ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਬਹੁਤ ਇੰਪੋਰਟੈਂਟ ਹੈ। ਚੋਲ ਵੰਸ਼ ਦੇ ਰਾਜਿਆਂ ਨੂੰ ਜਦੋਂ ਹਰਾਇਆ ਸੀ, ਚੋਲ ਮੰਡਲ ਨੂੰ ਜਦੋਂ ਜਿੱਤ ਲਿਆ ਸੀ ਉਸਨੇ, ਤਾਂ ਉਸ ਤੋਂ ਬਾਅਦ ਉਸਨੇ ਅਵਨੀ ਸਿੰਘ ਤੇ ਸਿੰਘ ਵਿਸ਼ਨੂੰ ਪੇਰੂਮਾਰ ਦਾ ਖਿਤਾਬ ਜਿਹੜਾ ਹਾਸਲ ਕੀਤਾ ਸੀ। ਸੀਮਾ ਵਿਸ਼ਨੂੰ ਤੋਂ ਬਾਅਦ ਮਹਿੰਦਰ ਵਰਮਨ ਇਸ ਗੱਦੀ ਤੇ ਬੈਠਾ। ਠੀਕ ਹੈ ਜੀ, ਸਾਰੇ ਫੈਕਟ ਇੰਪੋਰਟੈਂਟ ਹੈ, ਤੁਸੀਂ ਧਿਆਨ 'ਚ ਰੱਖਣੇ ਜੀ। ਪੱਲਵ ਰਾਜਵੰਸ਼ ਦਾ ਜਿਹੜਾ ਸੰਸਥਾਪਕ ਹੈ ਉਹ ਕਿਸ ਨੂੰ ਮੰਨਿਆ ਜਾਂਦਾ ਹੈ? ਹਾਂਜੀ, ਉਹ ਸੀਮਾ ਵਿਸ਼ਨੂੰ ਨੂੰ ਮੰਨਿਆ ਜਾਂਦਾ ਹੈ। Which of the following Sanskrit scholar was enlightened in the time of the ਸੀਮਾ ਵਿਸ਼ਨੂੰ? ਸੀਮਾ ਵਿਸ਼ਨੂੰ ਦੇ ਰਾਜ ਦੇ ਸ਼ਾਸਨ ਦੇ ਸਮੇਂ ਸੰਸਕ੍ਰਿਤ ਦਾ ਜਿਹੜਾ ਸਕੋਲਰ ਸੀ, ਵਿਦਵਾਨ ਸੀਗਾ, ਉਹ ਦੱਸਣਾ ਆਪਾਂ, ਉਹ ਸੀ ਭਰਵੀ। ਠੀਕ ਹੈ ਜੀ। ਅਗਲਾ ਹੈ ਜੀ ਆਪਣੇ ਕੋਲ ਉਹ ਹੈ ਮਹਿੰਦਰ ਵਰਮਨ ਪਹਿਲਾ। ਇਹਦਾ ਜਿਹੜਾ ਟਾਈਮ ਪੀਰੀਅਡ ਹੈਗਾ ਸ਼ਾਸਨ ਦਾ 600 ਤੋਂ ਲੈ ਕੇ 630 ਈਸਵੀ ਤੱਕ ਹੈ। ਆਪਣੇ ਪਿਤਾ ਸੀਮਾ ਵਿਸ਼ਨੂੰ ਦੀ ਮੌਤ ਤੋਂ ਬਾਅਦ ਮਹਿੰਦਰ ਵਰਮਨ ਪਹਿਲਾ ਉਹ ਜਿਹੜਾ ਹੈਗਾ ਪੱਲਵ ਵੰਸ਼ ਦਾ ਜਿਹੜਾ ਰਾਜਗੱਦੀ ਤੇ ਬੈਠਾ। ਉਸਨੇ ਬਹੁਤ ਸਾਰੀਆਂ ਉਪਾਧੀਆਂ ਧਾਰਨ ਕੀਤੀਆਂ। ਇਹਦੇ ਵਿੱਚੋਂ ਮੁੱਖ ਤੌਰ ਤੇ ਵਿਚਿੱਤਰ ਚਿੱਤ ਤੇ ਮਤ ਵਿਲਾਸ, ਇਹ ਬਹੁਤ 2 ਇੰਪੋਰਟੈਂਟ ਹੈ, ਐਗਜ਼ਾਮ ਦੇ ਵਿੱਚ ਪੁੱਛੀਆਂ ਜਾਂਦੀਆਂ। ਇਸ ਤੋਂ ਬਿਨਾਂ ਚੇਤਕਾਰੀ, ਗੁਨਾਪਾਰ, ਸ਼ਤਰੂਮਲ ਤੇ ਲਿਲਟਨ ਕੁਰ, ਇਹ ਜਿਹੜੀਆਂ ਉਪਾਧੀਆਂ ਸਾਰੀਆਂ ਮਹਿੰਦਰ ਵਰਮਨ ਪਹਿਲੇ ਨੇ ਧਾਰਨ ਕੀਤੀਆਂ ਸੀਗੀਆਂ ਤੇ ਇਹ ਵੱਖ-ਵੱਖ ਖਿਤਾਬ ਹੈ ਉਸਦੀ ਬਹੁਮੁਖੀ ਪ੍ਰਤਿਭਾ ਦੀ ਨਿਸ਼ਾਨੀ ਹੈ। ਠੀਕ ਹੈ ਜੀ, ਪ੍ਰਸਿੱਧ ਸੰਗੀਤਕਾਰ ਰੁਦਰਾਚਾਰੀਆ ਦਾ ਉਹ ਚੇਲਾ ਸੀਗਾ ਤੇ ਚਾਲਕੀਆ ਰਾਜਾ ਪੁਲਕੇਸ਼ਨ ਦੂਜੇ ਨੇ ਮਹਿੰਦਰ ਵਰਮਨ ਦਾ ਸਮਕਾਲੀ ਸੀ ਤੇ ਇਹਦੇ ਨਾਲ ਯੁੱਧ ਹੋਇਆ ਸੀ ਤੇ ਇਹਦੇ ਵਿੱਚ ਮਹਿੰਦਰ ਵਰਮਨ ਆ ਜਿਹੜਾ ਉਹ ਹਾਰ ਗਿਆ ਸੀ ਤੇ ਇਸ ਨੂੰ ਮਾਰ ਦਿੱਤਾ ਸੀ ਪੁਲਕੇਸ਼ਨ ਦੂਜੇ ਨੇ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਮਹਿੰਦਰ ਵਰਮਨ ਨੂੰ ਚਾਲਕੀਆ ਰਾਜਾ ਪੁਲਕੇਸ਼ਨ ਦੂਜੇ ਦੇ ਨਾਲ ਪਹਿਲੀ ਲੜਾਈ ਦੇ ਵਿੱਚ ਇਹ ਹਾਰ ਗਿਆ ਸੀਗਾ। ਠੀਕ ਹੈ ਜੀ, ਇਹ ਬਹੁਤ ਇੰਪੋਰਟੈਂਟ ਫੈਕਟ ਹੈ, ਇਹ ਧਿਆਨ 'ਚ ਰੱਖਣਾ ਹੈ। ਉੱਤਰ ਦੇ ਕੁਝ ਹੋਰ ਇੰਪੋਰਟੈਂਟ ਫੈਕਟ, ਉੱਤਰ ਦੇ ਕਈ ਹਿੱਸਿਆਂ ਤੇ ਚਾਲੂਕਿਆਂ ਦਾ ਕੰਟਰੋਲ ਸੀਗਾ। ਗੋਦਾਵਰੀ ਦੁਆਬ ਜੋ ਕਿ ਵਹਿੰਗੀ ਦੇ ਨਾਂ ਨਾਲ ਮਸ਼ਹੂਰ ਸੀ ਵੀ ਚਾਲੂਕਿਆਂ ਦੇ ਕੋਲ ਚਲਾ ਗਿਆ। ਹੁਣ ਦੀ ਗੱਲ ਧਿਆਨ 'ਚ ਕੀ ਰੱਖਣੀ ਹੈ ਵੀ ਇਹ ਉਹੀ ਵਹਿੰਗੀ ਹੈ ਜਿੱਥੇ ਪੂਰਬੀ ਚਾਲਕੀਆ ਦਾ ਜਿਹੜਾ ਗਠਨ ਹੋਇਆ ਸੀਗਾ। ਇਹ ਅਸਲ ਦੇ ਵਿੱਚ ਪੱਲਵਾਂ ਦਾ ਹੀ ਕੰਟਰੋਲ ਦੇ ਅਧੀਨ ਸੀ ਸ਼ੁਰੂ ਦੇ ਵਿੱਚ। ਬਾਅਦ ਵਿੱਚ ਜਦੋਂ ਮਹਿੰਦਰ ਵਰਮਨ ਦੇ ਨਾਲ ਪੁਲਕੇਸ਼ਨ ਦੂਜੇ ਦਾ ਯੁੱਧ ਹੁੰਦਾ ਹੈ ਤਾਂ ਉਹਦੇ ਵਿੱਚ ਪੁਲਕੇਸ਼ਨ ਦੂਜਾ ਜਿਹੜਾ ਹੈ ਮਹਿੰਦਰ ਵਰਮਨ ਪੱਲਵ ਸ਼ਾਸਕ ਹੈ ਉਹਨੂੰ ਹਰਾ ਦਿੰਦਾ ਹੈ। ਉਸ ਤੋਂ ਬਾਅਦ ਵਹਿੰਗੀ 'ਤੇ ਕੰਟਰੋਲ ਆ ਜਾਂਦਾ ਜੀ ਚਾਲਕੀਆ ਵੰਸ਼ ਦਾ ਤੇ ਪੁਲਕੇਸ਼ਨ ਦੂਜਾ ਜਿਹੜਾ ਇਹਨੂੰ ਆਪਣੇ ਛੋਟੇ ਜਿਹੜਾ ਹੈਗਾ
ਵਿਸ਼ਨੂਵਰਧਨ ਆਪਣਾ ਛੋਟਾ ਭਰਾ ਉਹਨੂੰ ਇਹ ਸੌਂਪ ਦਿੰਦਾ ਵੈਂਕੀ, ਤੇ ਇੱਥੇ ਚਾਲਕੀਆ ਦੀ ਜਿਹੜੀ ਦੂਜੀ ਸ਼ਾਖਾ ਹੈ, ਠੀਕ ਹੈ ਜੀ, ਉਹ ਇੱਥੇ ਹੋਂਦ ਵਿੱਚ ਆਉਂਦੀ ਹੈ। ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ ਇੰਪੋਰਟੈਂਟ ਫੈਕਟ ਹੈ। ਦਰਾਵੜ ਖੇਤਰ ਜਿਹਨੂੰ ਆਪਾਂ ਕਾਂਚੀਪੁਰਮ ਕਹਿ ਦਿੰਦੇ ਹਾਂ, ਹਾਂਜੀ, ਇਹ ਪਲਵਾਂ ਦੀ ਜਿਹੜੀ ਸ਼ਕਤੀ ਹੈ ਇੱਥੇ ਬਣੀ ਰਹੀ। ਕਹਿਣ ਦਾ ਮਤਲਬ ਜਿਹੜਾ ਕਾਂਚੀਪੁਰਮ ਹੈ ਉਹ ਤੇ ਚਾਲਕੀਆ ਵੰਸ਼ ਦਾ ਜਿਹੜਾ ਕਬਜ਼ਾ ਨਾ ਹੋ ਪਾਇਆ ਮਹਿੰਦਰ ਵਰਮਨ ਦੇ ਕਾਲ ਦੇ ਸਮੇਂ। ਆਰਕੀਟੈਕਚਰ ਦੇ ਵਿੱਚ ਜਿਹੜਾ ਮਹਿੰਦਰ ਵਰਮਨ ਹੈ ਉਸ ਨੂੰ ਚਟਾਨਾ ਕੱਟ ਕੇ ਮੰਦਰ ਬਣਾਉਣ ਦਾ ਜਿਹੜਾ ਸਿਹਰਾ ਉਹ ਮਹਿੰਦਰ ਵਰਮਨ ਨੂੰ ਜਾਂਦਾ ਹੈ। ਠੀਕ ਹੈ ਜੀ, ਸਾਹਿਤ ਕਲਾ ਸੰਗੀਤ ਦਾ ਇਹ ਸਰਪ੍ਰਸਤ ਸੀਗਾ। ਇਸ ਨੇ ਮੱਤ ਵਿਲਾਸ ਨਾਂ ਦਾ ਇੱਕ ਖਾਸ ਰਾਸ ਕਿਤਾਬ ਆ ਉਹਦੀ ਰਚਨਾ ਕੀਤੀ ਸੀ, ਇਸ ਕਰਕੇ ਇਸ ਨੇ ਮੱਤ ਵਿਲਾਸ ਦਾ ਜਿਹੜਾ ਖਿਤਾਬ ਵੀ ਧਾਰਨ ਕੀਤਾ ਸੀ। ਹਾਂਜੀ, ਇਸ ਕਿਤਾਬ ਦੇ ਵਿੱਚ ਉਸਨੇ ਉਸ ਸਮੇਂ ਦੀਆਂ ਧਾਰਮਿਕ ਸੰਪਰਦਾਵਾਂ, ਕਪਾਲਿਕਾ, ਪਸ਼ੂਪਤੀ ਤੇ ਬੋਧੀ ਧਰਮ ਨਾਲ ਸੰਬੰਧਿਤ ਜਿਹੜੀਆਂ ਬੁਰਾਈਆਂ ਉਹ ਤੇ ਰੋਸ਼ਨੀ ਪਾਈ ਸੀ। ਠੀਕ ਹੈ, ਇਹ ਪੁੱਛਿਆ ਜਾਂਦਾ ਹੁੰਦਾ ਐਗਜ਼ਾਮ ਦੇ ਵਿੱਚ, ਬੋਧੀ ਧਰਮ ਨਾਲ ਸੰਬੰਧਿਤ ਬੁਰਾਈਆਂ ਤੇ ਪਾਉਂਦੀ ਕਿਤਾਬ ਕਿਹੜੀ ਹੈ, ਉਹ ਹੈ ਮੱਤ ਵਿਲਾਸ। ਠੀਕ ਹੈ ਜੀ, ਇਹਦਾ ਜਿਹੜਾ ਲੇਖਕ ਹੈ ਉਹ ਹੈ ਮਹਿੰਦਰ ਵਰਮਨ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ ਹੈ। ਤੇ ਮਹਿੰਦਰ ਵਰਮਨ ਹੈ ਉਹ ਇਸੇ ਨੇ ਹੀ ਸਭ ਤੋਂ ਪਹਿਲਾਂ ਜਿਹੜੇ ਹੈ ਚਟਾਨਾਂ ਨੂੰ ਕੱਢ ਕੇ ਮੰਦਰ ਬਣਾਉਣ ਦੀ ਜਿਹੜੀ ਕਲਾ ਹੈ ਇਸੇ ਨੇ ਹੀ ਸ਼ੁਰੂ ਕੀਤੀ ਸੀ। ਇਹ ਧਿਆਨ 'ਚ ਰੱਖ ਲੈਣਾ ਜੀ। ਠੀਕ ਹੈ ਜੀ, ਸਾਰੇ ਫੈਕਟ ਇੰਪੋਰਟੈਂਟ ਹੈ ਜੀ। ਵਿਚ ਅਮੰਗ ਦੀ ਫੋਲੋਇੰਗ ਪੱਲਵ ਕਿੰਗਸ ਰੋਟ ਦੀ ਫੇਮਸ ਮੱਤ ਵਿਲਾਸ ਪਰਸਨਾ। ਠੀਕ ਹੈ, ਇਹ ਦੱਸਣਾ ਮੱਤ ਵਿਲਾਸ ਪਰਸਨਾ ਇਹਦਾ ਲੇਖਕ ਕੌਣ ਹੈ ਜੀ, ਇਹਦਾ ਲੇਖਕ ਹੈ ਮਹਿੰਦਰ ਵਰਮਨ ਪਹਿਲਾ। ਹਾਂਜੀ, ਪਲਵ ਕਿੰਗ ਮਹਿੰਦਰ ਵਰਮਨ ਫਸਟ ਗੋਟ ਡਿਫੀਟਡ ਬਾਈ। ਦੱਸਣਾ ਹੈ ਪਲਵ ਕਿੰਗ ਮਹਿੰਦਰ ਵਰਮਨ ਹੈ ਉਸ ਨੂੰ ਕਿਸ ਨੇ ਹਰਾਇਆ ਸੀ, ਉਸ ਨੂੰ ਹਰਾਇਆ ਸੀਗਾ ਜੀ ਆਪਣੇ ਕੋਲ ਪੁਲਕੇਸ਼ਨ ਦੂਜੇ ਨੇ। ਠੀਕ ਹੈ ਜੀ, ਇਹ ਧਿਆਨ 'ਚ ਰੱਖਣਾ। ਕੈਪੀਟਲ ਆਫ ਕਿੰਗਡਮ ਆਫ ਪਲਵਸ, ਪਲਵਸ ਦੀ ਜਿਹੜੀ ਰਾਜਧਾਨੀ ਉਹ ਦੱਸਣੀ ਆਪਾਂ ਕਿਹੜੀ ਸੀ, ਕਾਂਚੀਪੁਰਮ ਹੈ ਜਾਂ ਕਾਂਚੀ ਹੈ, ਉਹ ਪਲਵਾਂ ਦੀ ਰਾਜਧਾਨੀ ਸੀ। ਵਿਚ ਆਫ ਦੀ ਫੋਲੋਇੰਗ ਰੂਲਰ ਵਾਜ਼ ਦੀ ਫਾਊਂਡਰ ਆਫ ਦੀ ਪਲਵ ਡਾਇਨੈਸਟੀ। ਦੱਸਣਾ ਹੈ ਪਲਵ ਡਾਇਨੈਸਟੀ ਦਾ ਜਿਹੜਾ ਉਹ ਫਾਊਂਡਰ ਕੌਣ ਹੈ। ਹਾਂਜੀ, ਪਲਵ ਵੰਸ਼ ਦਾ ਜਿਹੜਾ ਫਾਊਂਡਰ ਹੈ ਉਹ ਹੈ ਜੀ ਸਿੰਵਿਸ਼ਨੂੰ। ਠੀਕ ਹੈ ਜੀ, ਧਿਆਨ 'ਚ ਰੱਖਣਾ। ਹਾਂਜੀ, ਚਟਾਨਾਂ ਨੂੰ ਕੱਟ ਕੇ ਮੰਦਰ ਬਣਾਉਣ ਦਾ ਸਿਹਰਾ ਜਿਹੜਾ ਉਹ ਕਿਸ ਨੂੰ ਜਾਂਦਾ ਹੈ, ਉਹ ਮਹਿੰਦਰ ਪਹਿਲੇ ਨੂੰ ਜਾਂਦਾ ਜੀ, ਮਹਿੰਦਰ ਵਰਮਨ ਫਸਟ ਨੂੰ। ਹਾਂਜੀ, ਉਸ ਤੋਂ ਬਾਅਦ ਹੈ ਜੀ ਆਪਣੇ ਕੋਲ ਨਰਸਿਮਾ ਵਰਮਨ ਪਹਿਲਾ। ਠੀਕ ਹੈ ਜੀ, ਬਹੁਤ ਸਾਰੀਆਂ ਕਿਤਾਬਾਂ 'ਚ ਨਰਸਿੰਘ ਵਰਮਨ ਪਹਿਲਾ ਵੀ ਲਿਖਿਆ ਹੋਇਆ ਹੈ, ਪਰ ਸਹੀ ਨਾਮ ਹੈ ਨਰਸਿਮਾ ਵਰਮਨ ਪਹਿਲਾ। ਇਹਦਾ ਕਾਰਜਕਾਲ ਸੀ 630 ਤੋਂ ਲੈ ਕੇ 668 ਤੱਕ। ਇਹ ਪੱਲਵ ਖਾਨਦਾਨ ਦਾ ਸਭ ਤੋਂ ਸ਼ਕਤੀਸ਼ਾਲੀ ਰਾਜਾ ਸੀਗਾ। ਇਸ ਨੇ ਮਾਮਲ ਦੀ ਉਪਾਧੀ ਧਾਰਨ ਕੀਤੀ ਸੀ, ਇਹਦਾ ਮਤਲਬ ਗ੍ਰੇਟ ਰੈਸਲਰ। ਠੀਕ ਹੈ ਜੀ, ਧਿਆਨ 'ਚ ਰੱਖਣਾ ਹੈ। ਉਸਨੇ ਆਪਣੇ ਪਿਤਾ ਮਹਿੰਦਰ ਵਰਮਨ ਦੀ ਹਾਰ ਦਾ ਬਦਲਾ ਵੀ ਚਾਲਕੀਆ ਤੋਂ ਲਿਆ ਸੀਗਾ, ਪੁਲਕੇਸ਼ਨ ਦੂਜੇ ਤੋਂ ਲਿਆ ਸੀਗਾ। ਇਸ ਦੇ ਲਈ ਉਸਨੇ ਸਭ ਤੋਂ ਪਹਿਲਾਂ ਆਪਣੀ ਫੌਜ ਸ਼ਕਤੀਸ਼ਾਲੀ ਉਹਦੇ ਗਠਨ ਕੀਤਾ ਤੇ ਇੱਕ ਜਲ ਸੈਨਾ ਵੀ ਸ਼੍ਰੀਲੰਕਾ ਭੇਜੀ ਸੀ। ਤੇ ਨਰਸਿੰਘ ਵਰਮਨ ਨੇ ਆਪਣੇ ਪਿਤਾ ਦੀ ਮੌਤ ਦਾ ਬਦਲਾ ਤੇ ਹਾਰ ਦਾ ਬਦਲਾ ਲੈਂਦੇ ਹੋਏ ਜਿਹੜਾ ਪੁਲਕੇਸ਼ਨ ਦੂਜੇ ਆ ਉਸ ਨੂੰ ਮਾਰ ਦਿੱਤਾ ਸੀ। ਠੀਕ ਹੈ ਜੀ, 642 ਈਸਵੀ ਦੇ ਵਿੱਚ। ਇਹ ਧਿਆਨ 'ਚ ਰੱਖ ਲੈਣਾ। ਇਹ ਸਾਰੀ ਜਾਣਕਾਰੀ ਆਪਾਂ ਨੂੰ ਕੁਰਮ ਸ਼ਿਲਾਲੇਖ ਤੋਂ ਪ੍ਰਾਪਤ ਹੁੰਦੀ ਹੈ। ਠੀਕ ਹੈ ਜੀ, ਇਸ ਨੇ ਜੰਗ ਵਿੱਚ ਚਾਲਕੀਆ ਰਾਜਵੰਸ਼ ਦੇ ਸ਼ਾਸਕ ਪੁਲਕੇਸ਼ਨ ਨੂੰ ਹਰਾਇਆ ਸੀ ਤੇ ਉਸ ਦੀ ਰਾਜਧਾਨੀ ਬਤਾਪੀ ਤੇ ਕਬਜ਼ਾ ਕਰ ਲਿਆ ਸੀ। ਠੀਕ ਹੈ ਜੀ, ਇਹ ਧਿਆਨ ਰੱਖ ਲੈਣਾ। ਪੁਲਕੇਸ਼ਨ ਦੂਜੇ ਦੀ ਜਿਹੜੀ ਰਾਜਧਾਨੀ ਬਦਾਮੀ ਜਾਂ ਬਤਾਪੀ ਸੀ ਚਾਲਕੀਆ ਵੰਸ਼ ਦੀ, ਤੇ ਜਦੋਂ ਉਸਨੇ ਪੁਲਕੇਸ਼ਨ ਦੂਜੇ ਨੂੰ ਹਰਾ ਕੇ ਇਸ ਨੂੰ ਮਾਰ ਦਿੱਤਾ ਤੇ ਬਤਾਪੀ ਤੇ ਲਗਭਗ 13 ਸਾਲ ਇਹਨਾਂ ਨੇ ਕਬਜ਼ਾ ਕੀਤਾ ਸੀ। ਧਿਆਨ 'ਚ ਰੱਖ ਲੈਣਾ। ਤੇ ਉਸ ਤੋਂ ਬਾਅਦ ਇਸਨੇ ਬਤਾਪੀ ਕੋਂਡਾ ਦਾ ਖਿਤਾਬ ਧਾਰਨ ਕੀਤਾ ਸੀ। ਠੀਕ ਹੈ ਜੀ, ਕੋਂਡਾ ਦਾ ਮਤਲਬ ਹੁੰਦਾ ਜਿੱਤ, ਤੇ ਬਤਾਪੀ ਦੀ ਜਿੱਤ ਤੇ ਉਸਨੇ ਬਤਾਪੀ ਕੋਂਡਾ ਦਾ ਖਿਤਾਬ ਹੈ ਜਿਹੜਾ ਉਹ ਧਾਰਨ ਕੀਤਾ ਸੀ। ਤੇ ਇਹ ਸਾਰੀ ਜਿਹੜੀ ਜਾਣਕਾਰੀ ਆਪਾਂ ਨੂੰ ਮਲਿਕ ਅਰਜੁਨ ਮੰਦਰ ਦੇ ਪੱਥਰ ਦੇ ਸ਼ਿਲਾਲੇਖ ਤੋਂ ਪ੍ਰਾਪਤ ਹੁੰਦੀ ਹੈ। ਧਿਆਨ 'ਚ ਰੱਖ ਲੈਣਾ, ਸਾਰੇ ਫੈਕਟ ਇੰਪੋਰਟੈਂਟ ਹੈ ਜੀ ਇਹ। ਠੀਕ ਹੈ ਜੀ, ਹਾਂਜੀ, ਜਿਹੜਾ ਨਰਸਿੰਘ ਵਰਮਨ ਸੀ ਇਸਨੇ ਪੁਲਕੇਸ਼ਨ ਦੇ ਨਾਲ 3 ਲੜਾਈਆਂ ਲੜੀਆਂ। ਇਹਨਾਂ ਵਿੱਚੋਂ ਮਣੀ ਮੰਗਲਮ ਦੀ ਲੜਾਈ ਬਹੁਤ ਇੰਪੋਰਟੈਂਟ ਹੈ ਤੇ ਤਿੰਨੇ ਲੜਾਈਆਂ ਦੇ ਵਿੱਚ ਪੁਲਕੇਸ਼ਨ ਨੂੰ ਹਰਾਇਆ ਸੀ। ਹਾਂਜੀ, ਇਸ ਦੇ ਸ਼ਾਸਨ ਕਾਲ ਦੇ ਵਿੱਚ ਚੀਨੀ ਯਾਤਰੀ ਹਿਊਨ ਸਾਂਗ ਉਸਨੇ ਕਾਂਚੀਪੁਰਮ ਦਾ ਦੌਰਾ ਕੀਤਾ ਸੀ। ਇਸਨੇ ਬਹੁਤ ਸਾਰੇ ਮੰਦਰ ਬਣਾਏ। ਇਸ ਸ਼ੈਲੀ ਨੂੰ, ਮੰਦਰਾਂ ਦੀ ਇਸ ਸ਼ੈਲੀ ਨੂੰ ਮਮੱਲਾ ਸ਼ੈਲੀ ਕਿਹਾ ਜਾਂਦਾ ਹੈ। ਠੀਕ ਹੈ ਜੀ, ਕਿਉਂਕਿ ਇਸਨੇ ਮਮਲ ਦਾ ਜਿਹੜਾ ਖਿਤਾਬ ਆ ਉਹ ਧਾਰਨ ਕੀਤਾ ਸੀ ਤੇ ਉਹਦੇ ਨਾਂ ਤੇ ਹੀ ਮਮੱਲ ਸ਼ੈਲੀ ਕਿਹਾ ਜਾਂਦਾ ਹੈ। ਤੇ ਇਸਨੇ ਰੱਥ ਮੰਦਰਾਂ ਦਾ ਵੀ ਨਿਰਮਾਣ ਕਰਾਇਆ ਤੇ ਇਹਨੇ ਸਪਤ ਪਗੋਡਾ ਵੀ ਇਸ ਨੂੰ ਕਿਹਾ ਜਾਂਦਾ ਹੈ। ਸਪਤ ਪਗੋਡਾ ਦਾ ਮਤਲਬ ਹੁੰਦਾ ਹੈ 7 ਰੱਥਾਂ ਦਾ ਮੰਦਰ। ਠੀਕ ਹੈ ਜੀ, 7 ਰੱਥ ਟੈਂਪਲ ਨੂੰ ਕਿਹਾ ਜਾਂਦਾ ਹੈ ਸਪਤ ਪਗੋਡਾ। ਹਾਂਜੀ, ਮਹਾਮੱਲਮਪੁਰਮ ਨਾਮਕ ਇੱਕ ਨਗਰ ਦੀ ਸਥਾਪਨਾ ਕੀਤੀ ਸੀ ਜਿਸ ਨੂੰ ਵਰਤਮਾਨ ਦੇ ਸਮੇਂ ਦੇ ਵਿੱਚ ਮਹਾਬਲੀਪੁਰਮ ਕਿਹਾ ਜਾਂਦਾ ਹੈ। ਠੀਕ ਹੈ ਜੀ, ਤਾਮਿਲਨਾਡੂ ਦੇ ਵਿੱਚ ਸਥਿਤ ਹੈ, ਧਿਆਨ 'ਚ ਰੱਖਣਾ ਹੈ। ਇੱਥੇ ਹੀ ਮਹਾਬਲੀਪੁਰਮ ਦੇ ਵਿੱਚ ਇਸਨੇ ਧਰਮਰਾਜ ਮੰਦਰ ਤੇ 7 ਪੇਰੂ ਮੰਦਰ ਵੀ ਬਣਵਾਇਆ ਸੀ। ਠੀਕ ਹੈ ਜੀ, ਇਹ ਸਾਰੇ ਫੈਕਟ ਹੈ ਜਿਹੜੇ ਇੰਪੋਰਟੈਂਟ ਹੈ, ਇਹ ਤੁਸੀਂ ਧਿਆਨ 'ਚ ਰੱਖਣੇ ਜੀ। ਵੇਅਰ ਇਜ਼ 7 ਰੱਥ ਟੈਂਪਲ ਲੋਕੇਟਡ ਬਿਲਡਿੰਗ ਡਿਊਰਿੰਗ ਪਲਵ ਟਾਈਮਸ। ਠੀਕ ਹੈ, ਪਲਵ ਦੇ ਦੌਰਾਨ ਜਿਹੜਾ 7 ਰੱਥ ਮੰਦਰ ਬਣਿਆ ਸੀ ਉਹ ਕਿੱਥੇ ਸਥਿਤ ਹੈ ਜੀ, ਉਹ ਕਾਂਚੀ ਦੇ ਮਹਾਬਲੀਪੁਰਮ ਦੇ ਵਿੱਚ ਸਥਿਤ ਹੈ। ਠੀਕ ਹੈ ਜੀ, during which Pallava's king's reign, the Chinese traveler Huan Sang visited Kanchipuram in 640 AD। ਦੱਸਣਾ ਹੈ ਵੀ ਕਿਸ ਪਲਵ ਰਾਜੇ ਦੇ ਸ਼ਾਸਨ ਦੇ ਦੌਰਾਨ ਚੀਨੀ ਯਾਤਰੀ ਹਿਊਨ ਸਾਂਗ ਨੇ ਕਾਂਚੀਪੁਰਮ ਦੀ ਯਾਤਰਾ ਕੀਤੀ ਸੀ। ਹਾਂਜੀ, ਇਹ ਆਪਣੇ ਕੋਲ ਨਰਸਿੰਘ ਵਰਮਨ ਪਹਿਲਾ ਹੈ, ਇਹਦੇ ਕਾਲ ਦੇ ਵਿੱਚ ਹੀ ਇਹ ਕੀਤੀ ਸੀ। ਠੀਕ ਹੈ ਜੀ, ਧਿਆਨ ਰੱਖਣਾ ਹੈ। ਵਿਚ ਆਫ ਦੀ ਫੋਲੋਇੰਗ ਪਲਵਸ ਰੂਲਰ ਇਨਵੇਡਡ ਦੀ ਚਾਲਕੀਆ ਕਿੰਗਡਮ ਐਂਡ ਕੈਪਚਰ ਬਦਾਮੀ। ਦੱਸਣਾ ਹੈ ਵੀ ਕਿਸ ਪਲਵ ਸ਼ਾਸਕ ਦੇ ਸਮੇਂ ਦੇ ਵਿੱਚ ਕਿਸ ਪਲਵ ਸ਼ਾਸਕ ਨੇ ਚਾਲਕੀਆ ਦੀ ਰਾਜਧਾਨੀ ਤੇ ਹਮਲਾ ਕੀਤਾ ਤੇ ਉਸ ਦੀ ਜਿਹੜੀ ਕੈਪੀਟਲ ਬਦਾਮੀ ਜਾਂ ਬਤਾਪੀ ਆ ਉਹਨੂੰ ਕਬਜ਼ੇ ਵਿੱਚ ਲੈ ਲਿਆ ਸੀ। ਠੀਕ ਹੈ ਜੀ, ਉਸ ਤੋਂ ਬਾਅਦ ਉਸਨੇ ਬਤਾਪੀ ਕੁੰਡ ਦੀ ਜਿਹੜੀ ਹੈ ਖਿਤਾਬ ਵੀ ਧਾਰਨ ਕੀਤਾ ਸੀ। ਹਾਂਜੀ, ਉਹ ਸੀ ਨਰਸਿੰਘ ਵਰਮਨ ਪਹਿਲਾ। ਉਹ ਟੁੱਕ ਦੀ ਟਾਈਟਲ ਆਫ ਬਤਾਪੀ ਕੁੰਡਾ ਦਾ ਜਿਹੜਾ ਖਿਤਾਬ ਹੈ ਟਾਈਟਲ ਆਫ ਕਿਸਨੇ ਧਾਰਨ ਕੀਤਾ ਸੀ, ਉਹ ਨਰਸਿੰਘ ਵਰਮਨ ਪਹਿਲੇ ਨੇ ਹੀ ਧਾਰਨ ਕੀਤਾ ਸੀ। ਹਾਂਜੀ, ਉਸ ਤੋਂ ਬਾਅਦ ਹੈ ਜੀ ਨਰਸਿੰਘ ਵਰਮਨ ਦਵਿਤੀਏ। ਦੂਸਰਾ ਇਹਦਾ ਸ਼ਾਸਨਕਾਲ 695 ਤੋਂ ਲੈ ਕੇ 722 720 ਈਸਵੀ ਤੱਕ ਹੈ।
ਹਾਂਜੀ, ਇਹਦੇ ਸ਼ਾਸਨ ਕਾਲ ਦੇ ਵਿੱਚ ਬਿਲਕੁਲ ਸ਼ਾਂਤੀ ਰਹੀ, ਕੋਈ ਕਿਸੇ ਪ੍ਰਕਾਰ ਦਾ ਯੁੱਧ ਨਹੀਂ ਹੋਇਆ। ਇਹ ਜਿਹੜਾ ਨਰਸਿੰਘ ਵਰਮਨ ਦਵਿਤੀਏ ਸੀ, ਇਹ ਕਲਾ ਤੇ ਸਾਹਿਤ ਦਾ ਬਹੁਤ ਵੱਡਾ ਪੁਜਾਰੀ ਸੀ ਤੇ ਇਹਦੇ ਵਿੱਚ ਉਹਨੇ ਬਹੁਤ ਵੱਡਾ ਯੋਗਦਾਨ ਪਾਇਆ। ਇਸ ਲਈ ਜਿਹੜੀ ਮੰਦਰ ਨਿਰਮਾਣ ਸ਼ੈਲੀ ਹੈ ਉਹ ਰਾਜ ਸਿੰਘ ਸ਼ੈਲੀ ਦਾ ਪਿਤਾਮਾ ਵੀ ਇਸ ਨੂੰ ਕਿਹਾ ਜਾਂਦਾ ਹੈ, ਨਰਸਿੰਘ ਵਰਮਨ ਦਵਿਤੀਏ ਨੂੰ। ਤੇ ਇਹਦੇ ਰਾਜ ਦੇ ਵਿੱਚ ਪੱਥਰਾਂ ਦੀਆਂ ਇੱਟਾਂ ਦੇ ਨਾਲ ਜਿਹੜੇ ਉਹ ਮੰਦਰ ਬਣਾਏ ਗਏ। ਠੀਕ ਹੈ ਜੀ, ਇਸ ਤੋਂ ਪਹਿਲਾਂ ਚਟਾਨਾਂ ਨੂੰ ਕੱਟ ਕੇ ਪੱਥਰ ਬਣਦੇ ਸੀ ਤੇ ਨਰਸਿੰਘ ਵਰਮਨ ਦੇ ਕਾਲ ਦੇ ਵਿੱਚ ਜਿਹੜੇ ਪੱਥਰ ਬਣਾਏ ਗਏ ਉਹ ਪੱਥਰਾਂ ਦੀਆਂ ਇੱਟਾਂ ਦੇ ਮੰਦਰ ਬਣਾਏ ਗਏ ਸੀਗੇ ਤੇ ਇਸ ਸ਼ੈਲੀ ਨੂੰ ਰਾਜ ਸਿੰਘ ਸ਼ੈਲੀ ਕਿਹਾ ਜਾਂਦਾ, ਮੰਦਰ ਬਣਾਉਂਦੇ ਇਸ ਸ਼ੈਲੀ ਨੂੰ। ਇਸ ਨੇ ਕਾਂਚੀ ਦੇ ਵਿੱਚ ਕੈਲਾਸ਼ਨਾਥ ਮੰਦਰ ਬਣਾਇਆ, ਰਵੈਤੇਸ਼ਵਰ ਮੰਦਰ ਬਣਵਾਇਆ, ਬੈਂਕਟ ਪੇਰੂਮਲ ਦਾ ਨਿਰਮਾਣ ਵੀ ਇਸੇ ਨੇ ਨਰਸਿੰਘ ਵਰਮਨ ਦੂਜੇ ਦਵਿਤੀਏ ਨੇ ਕਰਵਾਇਆ ਸੀ। ਠੀਕ ਹੈ ਜੀ, ਕਾਂਚੀ ਦੇ ਵਿੱਚ ਇਸਨੇ ਇੱਕ ਸੰਸਕ੍ਰਿਤ ਕਾਲਜ ਵੀ ਬਣਵਾਇਆ। ਮਹਾਬਲੀਪੁਰਮ ਦੇ ਵਿੱਚ ਸ਼ੋਰ ਮੰਦਰ ਦੀ ਸਥਾਪਨਾ ਵੈਰੀ ਇੰਪੋਰਟੈਂਟ ਹੈ, ਧਿਆਨ ਰੱਖਣਾ ਹੈ। ਕਾਂਚੀ ਵਿੱਚ ਕੈਲਾਸ਼ਨਾਥ ਮੰਦਰ ਵੀ ਬਹੁਤ ਇੰਪੋਰਟੈਂਟ ਹੈ। ਇਹ ਸਾਰਾ ਕੁਝ ਨਰਸਿੰਘ ਵਰਮਨ ਦਵਿਤੀਏ ਨੇ ਬਣਾਈ ਸੀ। ਠੀਕ ਹੈ ਜੀ, ਇਸ ਨੇ ਰਾਜਾ ਸਿੰਘ ਤੇ ਅਗੰਪਰੇ ਸ਼ੰਕਰ ਭਗਤ ਦੀ ਜਿਹੜੀ ਉਪਾਧੀ ਉਹ ਧਾਰਨ ਕੀਤੀ ਸੀ। ਠੀਕ ਹੈ ਜੀ, ਇਹ ਸਾਰੇ ਫੈਕਟ ਇੰਪੋਰਟੈਂਟ ਹੈ, ਤੁਸੀਂ ਧਿਆਨ 'ਚ ਰੱਖਣਾ ਜੀ। ਹਾਂਜੀ, ਉਸ ਦੇ ਦਰਬਾਰ ਦੇ ਵਿੱਚ ਸੰਸਕ੍ਰਿਤ ਦਾ ਪ੍ਰਸਿੱਧ ਵਿਦਵਾਨ ਡੰਡੀ ਠੀਕ ਹੈ ਸੀਗਾ, ਇਹ ਧਿਆਨ ਰੱਖ ਲੈਣਾ। ਤੇ ਉਸ ਦੀ ਜਿਹੜੀ ਪ੍ਰਸਿੱਧ ਰਚਨਾ ਸੀ ਉਹ ਸੀ 10 ਕੁਮਾਰ ਚਰਿਤ। ਠੀਕ ਹੈ ਜੀ, 10 ਕੁਮਾਰ ਚਰਿਤ ਡੰਡੀ ਦੀ ਸਭ ਤੋਂ ਮਹੱਤਵਪੂਰਨ ਜਿਹੜੀ ਰਚਨਾ ਹੈ। ਤੇ 720 ਈਸਵੀ ਦੇ ਵਿੱਚ ਇਸ ਨੇ ਨਰਸਿੰਘ ਦਵਿਤੀਏ ਨੇ ਇੱਕ ਚੀਨ ਨੂੰ ਇੱਕ ਵਕਤ ਭੇਜਿਆ ਸੀਗਾ ਤੇ ਸਮੁੰਦਰੀ ਵਪਾਰ ਇਸੇ ਦੇ ਕਾਲ ਦੇ ਵਿੱਚ ਵਧਿਆ ਫੁੱਲਿਆ ਸੀਗਾ। ਠੀਕ ਹੈ ਜੀ, ਧਿਆਨ ਰੱਖਣੇ ਸਾਰੀ ਫੈਕਟ ਇੰਪੋਰਟੈਂਟ ਹੈ ਜੀ। ਹਾਂਜੀ, ਹੂ ਕੰਸਟਰਕਟਡ ਦੀ ਕੈਲਾਸ਼ਨਾਥ ਟੈਂਪਲ ਐਟ ਕਾਂਚੀਪੁਰਮ ਦੇ ਵਿੱਚ ਕੈਲਾਸ਼ਨਾਥ ਮੰਦਰ ਹੈ, ਉਹਦੀ ਉਸਾਰੀ ਕਿਹਨੇ ਕਰਾਈ ਸੀ? ਹਾਂਜੀ, ਇਹ ਨਰਸਿੰਘ ਵਰਮਨ ਦਵਿਤੀਏ ਨੇ ਕਰਵਾਈ ਸੀ। ਠੀਕ ਹੈ ਜੀ, ਧਿਆਨ 'ਚ ਰੱਖਣਾ ਹੈ। Who among the following Pallav ruler built the Shore Temple at ਮਹਾਬਲੀਪੁਰਮ ਦੇ ਵਿੱਚ ਸ਼ੋਰ ਟੈਂਪਲ ਦਾ ਨਿਰਮਾਣ ਇਸ ਪੱਲਵ ਰਾਜੇ ਨੇ ਕਰਵਾਇਆ ਸੀ? ਇਹ ਸੀ ਨਰਸਿੰਘ ਵਰਮਨ ਦਵਿਤੀਏ। Dash the famous Sanskrit writer was the court poet of ਨਰਸਿੰਘ ਵਰਮਨ ਦਵਿਤੀਏ। ਸੰਜੀ ਨਰਸਿੰਘ ਵਰਮਨ ਦੋ ਦੇ ਦਰਬਾਰ ਦਾ ਪ੍ਰਸਿੱਧ ਸੰਸਕ੍ਰਿਤ ਜਿਹੜਾ ਕੋਰਟ ਪੋਇਟ ਕਿਹੜਾ ਸੀ ਉਹ ਦੱਸਣਾ ਜੀ ਆਪਾਂ, ਉਹ ਸੀਗਾ ਡੰਡੀ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਹਾਂਜੀ, ਉਸ ਤੋਂ ਬਾਅਦ ਹੈ ਜੀ ਆਪਣੇ ਕੋਲ ਪਰਮੇਸ਼ਵਰ ਵਰਮਨ, ਜਿਹਦਾ ਸ਼ਾਸਨ ਕਾਲ ਦਾ ਸਮਾਂ ਹੈ 720 ਤੋਂ ਲੈ ਕੇ 730 ਈਸਵੀ ਤੱਕ ਹੈ। ਠੀਕ ਹੈ ਜੀ, ਹਾਂਜੀ, ਜਿਹੜਾ ਚਾਲਕੀਆ ਰਾਜਾ ਸੀਗਾ ਵਿਕਰਮਦਿੱਤਿਆ ਦਵਿਤੀਏ। ਠੀਕ ਹੈ ਜੀ, ਇਹ ਚਾਲਕੀਆ ਵਿਕਰਮਦਿੱਤਿਆ ਦੂਸਰਾ ਸੀਗਾ। ਇਹਦੇ ਨਾਲ ਪਰਮੇਸ਼ਵਰ ਵਰਮਨ ਨੇ ਇੱਕ ਸੰਧੀ ਕੀਤੀ ਸੀਗੀ। ਠੀਕ ਹੈ, ਤੇ ਉਹ ਸੰਧੀ ਸੀ ਅਪਮਾਨਜਨਕ। ਠੀਕ ਹੈ, ਤੇ ਉਸ ਤੋਂ ਬਾਅਦ ਉਸਨੇ ਸੰਧੀ ਤੋਂ ਇਹ ਮੁੱਕਰ ਗਿਆ ਸੀਗਾ ਪਰਮੇਸ਼ਵਰ ਵਰਮਨ। ਉਸ ਤੋਂ ਬਾਅਦ ਜਿਹੜਾ ਵਿਕਰਮਦਿੱਤਿਆ ਹੈ ਚਾਲਕੀ ਰਾਜਾ, ਉਸਨੇ ਗੰਗਾ ਰਾਜਵੰਸ਼ ਦੀ ਸ਼ਾਸਕਾਂ ਦੀ ਮਦਦ ਦੇ ਨਾਲ ਇਸ ਨਾਲ ਯੁੱਧ ਕੀਤਾ ਤੇ ਯੁੱਧ ਵਿੱਚ ਇਸ ਨੂੰ ਹਰਾ ਦਿੱਤਾ ਤੇ ਇਸ ਨੂੰ ਮਾਰ ਵੀ ਦਿੱਤਾ ਤੇ ਇਸ ਤੋਂ ਬਹੁਤ ਵੱਡਾ ਜਿਹੜਾ ਟੈਕਸ ਲਗਾਨ ਹੈ ਉਹ ਵੀ ਇਸ ਤੋਂ ਪ੍ਰਾਪਤ ਕੀਤਾ ਸੀਗਾ। ਠੀਕ ਹੈ ਜੀ, ਧਿਆਨ 'ਚ ਰੱਖਣਾ ਜੀ, ਇਹ ਆਪਾਂ ਪਿੱਛੇ ਪੜ੍ਹ ਕੇ ਗਏ ਹਾਂ ਚਾਲਕਿਆ ਵੰਸ਼ ਦੇ ਵਿੱਚ। ਇਸ ਦੀ ਮੌਤ ਤੋਂ ਬਾਅਦ ਪੱਲਵ ਰਾਜਵੰਸ਼ ਦੇ ਵਿੱਚ ਕੋਈ ਵੀ ਯੋਗ ਸ਼ਾਸਕ ਨਹੀਂ ਸੀ, ਇਸ ਕਾਰਨ ਚਾਲਕੀਆ ਨੇ ਕਾਂਚੀ ਦੇ ਉੱਪਰ ਕਬਜ਼ਾ ਕਰ ਲਿਆ। ਇਹ ਧਿਆਨ 'ਚ ਰੱਖਣਾ ਹੈ। ਪਰਮੇਸ਼ਵਰ ਵਰਮਨ ਤੋਂ ਬਾਅਦ ਜਿੰਨੇ ਵੀ ਜਿਹੜੇ ਪੱਲਵ ਸ਼ਾਸਕ ਸੀਗੇ ਉਹ ਬਹੁਤੇ ਯੋਗ ਤੇ ਕਾਬਲ ਸ਼ਾਸਕ ਨਹੀਂ ਸਨ ਤੇ ਇਸ ਤੋਂ ਬਾਅਦ ਜਿਹੜੇ ਚਾਲਕੀਆ ਨੇ ਕਾਂਚੀ 'ਤੇ ਕਬਜ਼ਾ ਕਰ ਲਿਆ। ਅਪਰਾਜਿਤ ਵਰਮਨ ਪੱਲਵ ਵੰਸ਼ ਦਾ ਆਖਰੀ ਜਿਹੜਾ ਰਾਜਾ ਸੀਗਾ ਤੇ ਚੋਲਾਂ ਦੀ ਨਾਲ ਲੜਾਈ ਦੇ ਵਿੱਚ ਹਾਰ ਗਿਆ ਤੇ ਮਾਰਿਆ ਗਿਆ। ਠੀਕ ਹੈ, ਇਹ ਧਿਆਨ 'ਚ ਰੱਖਣਾ ਜੀ, ਅਪਰਾਜਿਤ ਵਰਮਨ ਪੱਲਵ। ਹਾਂਜੀ, ਹੂ ਅਮੰਗ ਦੀ ਫੋਲੋਇੰਗ ਪੱਲਵ ਕਿੰਗ ਕਿਲਡ ਬਾਈ ਦੀ ਚਾਲਕੀਆ ਕਿੰਗ ਵਿਕਰਮਦਿੱਤਿਆ ਸੈਕੰਡ। ਦੱਸਣਾ ਹੈ ਵੀ ਕਿਹੜਾ ਪੱਲਵ ਕਿੰਗ ਸੀਗਾ ਜਿਹੜਾ ਮਾਰਿਆ ਗਿਆ ਸੀ ਚਾਲਕੀਆ ਕਿੰਗ ਵਿਕਰਮਦਿੱਤਿਆ ਦਵਿਤੀਏ ਦੁਆਰਾ। ਠੀਕ ਹੈ ਜੀ, ਉਹ ਸੀਗਾ ਪਰਮੇਸ਼ਵਰ ਵਰਮਨ ਦਵਿਤੀਏ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਪੱਲਵ ਵੰਸ਼ ਦਾ ਆਖਰੀ ਸ਼ਾਸਕ ਕੌਣ ਸੀ? ਹਾਂਜੀ, ਆਖਰੀ ਸ਼ਾਸਕ ਸੀ ਅਪਰਾਜਿਤ ਵਰਮਨ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਹਾਂਜੀ, ਆਰਕੀਟੈਕਚਰ ਭਵਨ ਨਿਰਮਾਣ ਕਲਾ ਦੇ ਵਿੱਚ। ਠੀਕ ਹੈ ਜੀ, ਪੱਲਵ ਹੈ ਜਿਹੜੇ ਉਹ ਦ੍ਰੈਵਰ ਆਰਕੀਟੈਕਚਰ ਦੀ ਨੀਂਹ ਹੈ ਜਿਹੜੀ ਉਹ ਪੱਲਵਾਂ ਨੇ ਰੱਖੀ ਸੀ। ਮੈਂ ਪਹਿਲਾਂ ਵੀ ਇਹ ਆਪਾਂ ਪੜ੍ਹ ਕੇ ਗਏ ਹਾਂ, ਇਹ ਜਦੋਂ ਆਪਾਂ ਚਾਲਕਿਆ ਵੰਸ਼ ਪੜ੍ਹਿਆ ਸੀਗਾ ਉਹਦੇ ਵਿੱਚ ਇਹੀ ਪੜ੍ਹਿਆ ਸੀਗਾ ਵੀ ਜਿਹੜੀ ਦ੍ਰੈਵਰ ਸ਼ੈਲੀ ਹੈ ਭਵਨ ਨਿਰਮਾਣ ਦੀ, ਮੰਦਰਾਂ ਦੇ ਨਿਰਮਾਣ ਦੀ, ਉਹਦੇ ਜਿਹੜੇ ਜਨਮਦਾਤਾ ਉਹ ਪੱਲਵ ਹੈ। ਠੀਕ ਹੈ ਜੀ, ਦ੍ਰੈਵਰ ਸ਼ੈਲੀ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਇੱਕ ਉੱਚਾ ਪਿਰਾਮਿਡ ਜਾਂ ਟਾਵਰ ਹੈ ਜਿਹੜਾ ਉਹ ਹੁੰਦਾ ਹੈ ਇਹਦੇ ਵਿੱਚ। ਇਹ ਮੰਦਰ ਦੇ ਸਭ ਤੋਂ ਅੰਦਰਲੇ ਕਮਰੇ ਦੇ ਵਿੱਚ ਬਣਿਆ ਹੁੰਦਾ ਹੈ। ਕਹਿਣ ਦਾ ਮਤਲਬ ਕੀ ਹੈ ਵੀ ਆਹ ਮੰਦਰ ਹੈ, ਮੰਦਰ 'ਚ ਪ੍ਰਵੇਸ਼ ਕਰਦੇ ਹਾਂ, ਆਹ ਮੰਦਰ ਦਾ ਜਿਹੜਾ ਆਖਰੀ ਕਮਰਾ ਹੈ, ਆਖਰੀ ਕਮਰੇ ਦੇ ਉੱਪਰ ਇਹ ਇਸ ਤਰ੍ਹਾਂ ਗੁੰਬਜ ਬਣਿਆ ਹੁੰਦਾ ਸੀ। ਠੀਕ ਹੈ ਜੀ, ਧਿਆਨ ਰੱਖ ਲੈਣਾ। ਤੇ ਉਹਨਾਂ ਨੇ 8ਵੀਂ ਸਦੀ ਦੇ ਵਿੱਚ ਰਾਜਾ ਸੀ ਜਿਹਨੂੰ ਨਰਸਿੰਘ ਵਰਮਨ ਦਵਿਤੀਏ ਕਿਹਾ ਜਾਂਦਾ ਹੈ, ਜਿਹਦਾ ਸ਼ਾਸਨ ਕਾਲ ਬਹੁਤ ਸ਼ਾਂਤੀਮਈ ਸੀਗਾ, ਜਿਹਦੇ ਵਿੱਚ ਕਾਂਚੀਪੁਰਮ ਦੇ ਵਿੱਚ ਕੈਲਾਸ਼ਨਾਥ ਮੰਦਰ ਬਣਿਆ, ਮਹਾਬਲੀਪੁਰਮ ਦੇ ਵਿੱਚ ਸ਼ੋਰ ਟੈਂਪਲ ਬਣਿਆ। ਠੀਕ ਹੈ ਜੀ, ਦੁਆਰਾ ਬਣਾਏ ਗਏ ਮਮੱਲਮਪੁਰਮ ਦੇ ਵਿੱਚ ਸ਼ੋਰ ਮੰਦਰ ਦਾ ਨਿਰਮਾਣ ਕਰਾਇਆ ਸੀ। ਠੀਕ ਹੈ ਜੀ, ਮਮੱਲਮਪੁਰਮ ਹੈ ਜਿਹੜਾ ਇਹ ਮਹਾਬਲੀਪੁਰਮ ਨੂੰ ਹੀ ਕਿਹਾ ਜਾਂਦਾ ਹੈ। ਠੀਕ ਹੈ ਜੀ, ਤੇ ਨਰਸਿੰਘ ਵਰਮਨ ਦਵਿਤੀਏ ਨੂੰ ਹੀ ਰਾਜਾ ਸੀਮਾ ਵੀ ਕਿਹਾ ਜਾਂਦਾ ਹੈ, ਧਿਆਨ 'ਚ ਰੱਖ ਲੈਣਾ। ਇਸ ਸ਼ੈਲੀ ਦੀ ਇੱਕ ਹੋਰ ਉਦਾਹਰਨ ਹੈ ਜਿਹੜੀ ਉਹ ਮਾਲਾਪੁਰਮ ਅਤੇ ਕਾਂਚੀਪੁਰਮ ਦੇ ਵਿੱਚ ਕੈਲਾਸ਼ਨਾਥ ਮੰਦਰ ਵਿੱਚ ਬਣਾਏ ਗਏ ਰੱਥ ਮੰਦਰ। ਇਹ ਧਿਆਨ ਰੱਖ ਲੈਣਾ ਜੀ, ਰੱਥ ਮੰਦਰ ਬਣਾਏ ਗਏ ਸੀ ਕਾਂਚੀਪੁਰਮ ਵਿਖੇ ਕੈਲਾਸ਼ਨਾਥ ਮੰਦਰ ਦੇ ਵਿੱਚ, ਇਹ ਵੀ ਨਰਸਿੰਘ ਵਰਮਨ ਦਵਿਤੀਏ ਦੁਆਰਾ ਬਣਾਏ ਗਏ ਸੀ। ਹਾਂਜੀ, ਪੱਲਵਾਂ ਨੇ ਚਟਾਨ ਕੱਟੇ ਹੋਏ ਆਰਕੀਟੈਕਚਰ ਤੇ ਮੋਨੋਲਿਥ ਦਾ ਇੱਕ ਨਵਾਂ ਡਿਜ਼ਾਈਨ ਤਿਆਰ ਕੀਤਾ। ਮੋਨੋਲਿਥ ਦਾ ਮਤਲਬ ਹੁੰਦਾ ਹੈ ਇੱਕੋ ਹੀ ਪੱਥਰਾਂ ਤੋਂ ਬਣੇ ਹੋਏ ਜਿਹੜੇ ਮੰਦਰ ਹੈ ਉਹਦਾ ਇੱਕ ਡਿਜ਼ਾਈਨ ਹੈ ਜਿਹੜਾ ਉਹ ਤਿਆਰ ਕੀਤਾ ਸੀਗਾ। ਠੀਕ ਹੈ ਜੀ, ਇਹ ਸਾਰੇ ਫੈਕਟ ਇੰਪੋਰਟੈਂਟ ਹੈ, ਤੁਸੀਂ ਧਿਆਨ 'ਚ ਰੱਖਣੇ। ਸ਼ੋਰ ਮੰਦਰ ਦਾ ਨਿਰਮਾਣ ਕਿਸ ਸ਼ਾਸਕ ਨੇ ਕਰਵਾਇਆ ਸੀਗਾ? ਹਾਂਜੀ, ਸ਼ੋਰ ਮੰਦਰ ਦਾ ਨਿਰਮਾਣ ਹੈ ਜਿਹੜਾ ਉਹ ਪੱਲਵ ਸ਼ਾਸਕ ਨੇ ਕਰਾਇਆ ਸੀਗਾ, ਨਰਸਿੰਘ ਵਰਮਨ ਦਵਿਤੀਏ ਦੁਆਰਾ ਕਰਾਇਆ ਗਿਆ ਸੀਗਾ। ਠੀਕ ਹੈ ਜੀ, ਮਹਾਬਲੀਪੁਰਮ ਦੇ ਵਿੱਚ। ਹਾਂਜੀ, ਦ੍ਰੈਵਿੜ ਆਰਕੀਟੈਕਚਰ ਦੇ ਜਨਮਦਾਤਾ ਕੌਣ ਹਨ? ਇਹ ਵੀ ਪੱਲਵ ਹਨ। ਠੀਕ ਹੈ ਜੀ, ਧਿਆਨ 'ਚ ਰੱਖ ਲੈਣਾ। ਤੇ ਇਹ ਇੰਪੋਰਟੈਂਟ ਹੈ, ਇਹ ਐਗਜ਼ਾਮ ਦੇ ਵਿੱਚ ਬਹੁਤ ਜ਼ਿਆਦਾ ਆਰਕੀਟੈਕਚਰ ਦੇ ਨਾਲ ਸੰਬੰਧਿਤ ਸਵਾਲ ਪੁੱਛੇ ਜਾਂਦੇ।
ਹਾਂਜੀ, ਉਸ ਤੋਂ ਬਾਅਦ ਹੈ ਲਿਟਰੇਚਰ। ਭਾਰਵੀ ਤੇ ਡੰਡੀ ਜਿਹੜੇ ਪੱਲਵ ਦਰਬਾਰ ਦੇ ਪ੍ਰਸਿੱਧ ਕਵੀ ਸਨ। ਜਿਹੜਾ ਭਾਰਵੀ ਹੈ ਇਹ ਮਹਿੰਦਰ ਵਰਮਨ ਪਹਿਲੇ ਦੇ ਦਰਬਾਰ ਦੇ ਵਿੱਚ ਇਹ ਕਵੀ ਸੀਗਾ ਤੇ ਕਿਰਤ ਰਜੁਨਮੀਅਮ ਇਸ ਦੀ ਇੱਕ ਇਸ ਦੀ ਰਚਨਾ ਕੀਤੀ ਸੀ ਭਾਰਵੀ ਨੇ। ਤੇ ਡੰਡੀ ਨਾਲ ਜਿਹੜਾ ਜਾਂ ਡੰਡੀ ਹੈ ਉਸ ਨੇ ਦਸ਼ਕਰਾਮ ਕੁਮਾਰ ਚਰਿਤ ਦੀ ਜਿਹੜੀ ਉਹ ਰਚਨਾ ਕੀਤੀ ਸੀ। ਠੀਕ ਹੈ ਜੀ, ਧਿਆਨ 'ਚ ਰੱਖਣਾ ਇੰਪੋਰਟੈਂਟ ਹੈ। ਇਸ ਸਮੇਂ ਦੌਰਾਨ ਵੈਸ਼ਨਵ ਤੇ ਸ਼ੈਵ ਸਾਹਿਤ ਦਾ ਬਹੁਤ ਜ਼ਿਆਦਾ ਸਾਹਿਤ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ। ਵੈਸ਼ਨਵ ਧਰਮ ਤੇ ਸ਼ੈਵ ਧਰਮ ਨਾਲ ਸੰਬੰਧਿਤ ਲਿਟਰੇਚਰ ਬਹੁਤ ਜ਼ਿਆਦਾ ਲਿਖਿਆ ਗਿਆ ਤੇ ਸੰਸਕ੍ਰਿਤ ਰਾਜ ਦਰਬਾਰ ਤੇ ਵਿਦਵਾਨਾਂ ਦੀ ਮੁੱਖ ਭਾਸ਼ਾ ਸੀਗੀ। ਜਿਹੜੀ ਸੰਸਕ੍ਰਿਤ ਹੈ ਰਾਜ ਦਰਬਾਰ ਯਾਨੀ ਕਿ ਪੱਲਵਾਂ ਦੇ ਦਰਬਾਰ ਤੇ ਵਿਦਵਾਨਾਂ ਦੀ ਮੁੱਖ ਭਾਸ਼ਾ ਸੰਸਕ੍ਰਿਤ ਸੀ। ਕੁਝ ਸ਼ਿਲਾਲੇਖ ਤਾਮਿਲ ਤੇ ਸੰਸਕ੍ਰਿਤ ਦੇ ਮਿਸ਼ਰਨ ਦੇ ਵਿੱਚ ਵੀ ਲਿਖੇ ਗਏ ਹੈ ਤੇ ਵੈਦਿਕ ਪਰੰਪਰਾਵਾਂ ਸਥਾਨਕ ਲੋਕਾਂ ਤੇ ਥੋਪੀਆਂ ਗਈਆਂ ਸਨ। ਠੀਕ ਹੈ ਜੀ, ਇਹ ਧਿਆਨ ਰੱਖਣਾ ਹੈ ਵੀ ਜਿਹੜੇ ਵੈਦਿਕ ਪਰੰਪਰਾ ਜਿਹੜੀ ਸੀਗੀ ਆਰੀਆ ਲੋਕਾਂ ਦੀ ਜਿਹੜੀ ਪਰੰਪਰਾ ਹੈ ਉਹ ਸਥਾਨਕ ਲੋਕਾਂ ਤੇ ਥੋਪੀ ਗਈ ਇਹਦੇ ਵਿੱਚ, ਕਿਉਂਕਿ ਜਿਹੜੇ ਪੱਲਵ ਹੈ ਉਹ ਹਿੰਦੂ ਧਰਮ ਨੂੰ ਮੰਨਦੇ ਸੀ ਤੇ ਆਰੀਆ ਸੱਭਿਆਚਾਰ ਹੀ ਲਗਭਗ ਸੇਮ ਉਸੇ ਤਰ੍ਹਾਂ ਦਾ ਸੱਭਿਆਚਾਰ ਇਹਨਾਂ ਦਾ ਸੀ। ਠੀਕ ਹੈ ਜੀ। ਮਹਿੰਦਰ ਵਰਮਨ ਚਟਾਨ ਕੱਟਣ ਵਾਲੇ ਆਰਕੀਟੈਕਚਰ ਦੇ ਵਿੱਚ ਇੱਕ ਮੋਢੀ ਦੇ ਰੂਪ ਵਿੱਚ ਸਨ। ਠੀਕ ਹੈ ਜੀ, ਧਿਆਨ ਰੱਖਣਾ ਜੇ ਸਵਾਲ ਆ ਜੇ ਚਟਾਨ ਕੱਟ ਕੇ ਮੰਦਰ ਬਣਾਉਣ ਦਾ ਜਿਹੜਾ ਸਿਰਾ ਕਿਹਨੂੰ ਜਾਂਦਾ ਤਾਂ ਮਹਿੰਦਰ ਵਰਮਨ ਪਹਿਲੇ ਨੂੰ ਜਾਂਦਾ ਹੈ। ਹਾਂਜੀ, ਮੰਡਕ ਪੱਟੂ ਰਾਕ ਕੱਟ ਮੰਦਰ ਉਸ ਦੁਆਰਾ ਬਣਾਇਆ ਗਿਆ ਪਹਿਲਾ ਚਟਾਨ ਕੱਟ ਮੰਦਰ ਸੀਗਾ। ਨਰਸਿਮ ਵਰਮਨ ਦਵਿਤੀਏ ਜਿਸ ਨੂੰ ਰਾਜਾ ਸੀਮਾ ਵੀ ਕਿਹਾ ਜਾਂਦਾ ਹੈ 7ਵੀਂ ਸਦੀ ਦੇ ਅੰਤ ਦੇ ਵਿੱਚ ਕਾਂਚੀ ਕੈਲਾਸ਼ਨਾਥ ਮੰਦਰ ਦਾ ਨਿਰਮਾਣ ਕੀਤਾ ਸੀ। ਠੀਕ ਹੈ ਜੀ, ਧਿਆਨ ਰੱਖਣਾ ਕਾਂਚੀ ਦੇ ਵਿੱਚ ਕੈਲਾਸ਼ਨਾਥ ਮੰਦਰ ਵੀ ਇਸ ਨੇ ਬਣਾਇਆ ਸੀ ਤੇ ਮਹਾਬਲੀਪੁਰਮ ਦੇ ਵਿੱਚ ਸ਼ੋਰ ਮੰਦਰ ਵੀ ਇਸੇ ਦੇ ਹੀ ਨਿਰਮਾਣ ਕੀਤਾ ਸੀ। ਹਾਂਜੀ, ਕਿਰਤ ਰਜੁਨੀਮ ਦੀ ਰਚਨਾ ਉਹ ਕਿਸ ਨੇ ਕੀਤੀ ਸੀ? ਹਾਂਜੀ, ਇਸ ਦੀ ਰਚਨਾ ਜਿਹੜੀ ਹੈਗੀ ਉਹ ਭਾਰਵੀ ਨੇ ਕੀਤੀ ਸੀ। ਠੀਕ ਹੈ ਜੀ। ਸੱਭਿਆਚਾਰ ਤੇ ਸਮਾਜ ਦੀ ਗੱਲ ਕਰਦੇ ਹਾਂ ਪੱਲਵ ਵੰਸ਼ ਦੇ। ਹਾਂਜੀ, ਪੱਲਵਾਂ ਦੇ ਸ਼ਾਸਨ ਨੇ ਦੱਖਣੀ ਭਾਰਤ ਦੇ ਵਿੱਚ ਬਹੁਤ ਸਾਰੀਆਂ ਸੱਭਿਆਚਾਰਕ ਪ੍ਰਾਪਤੀਆਂ ਕੀਤੀਆਂ। ਪੱਲਵ ਰਾਜੇ ਜਿਹੜੇ ਕਲਾ ਤੇ ਆਰਕੀਟੈਕਚਰ ਦੇ ਮਹਾਨ ਸਰਪ੍ਰਸਤ ਸਨ ਤੇ ਪੱਲਵ ਸਮਾਜ ਹੈ ਜਿਹੜੇ ਉਹ ਆਰੀਅਨ ਸੱਭਿਆਚਾਰਾਂ ਤੇ ਹੀ ਆਧਾਰਿਤ ਸੀ, ਵੈਦਿਕ ਸੱਭਿਆਚਾਰ ਤੇ ਹੀ ਆਧਾਰਿਤ ਸੀ। ਹਾਂਜੀ, ਬ੍ਰਾਹਮਣਾਂ ਨੂੰ ਪੱਲਵ ਰਾਜਿਆਂ ਦੁਆਰਾ ਸਰਪ੍ਰਸਤੀ ਦਿੱਤੀ ਜਾਂਦੀ ਸੀ ਤੇ ਬ੍ਰਾਹਮਣਾਂ ਨੂੰ ਪੱਲਵ ਰਾਜੇ ਜ਼ਮੀਨ ਤੇ ਪਿੰਡ ਦਾਨ ਕਰਦੇ ਸੀ ਤੇ ਇਸ ਨੂੰ ਬ੍ਰਹਮ ਦੇ ਕਿਹਾ ਜਾਂਦਾ ਹੈ। ਠੀਕ ਹੈ ਜੀ, ਪੰਡਤਾਂ ਨੂੰ ਬ੍ਰਾਹਮਣਾਂ ਨੂੰ ਪਿੰਡ ਜਾਂ ਜ਼ਮੀਨ ਦਾਨ ਕਰਨ ਦੀ ਪ੍ਰਕਿਰਿਆ ਨੂੰ ਬ੍ਰਹਮ ਦੇ ਕਿਹਾ ਜਾਂਦਾ ਹੈ। ਇਸ ਰਾਜ ਦੌਰਾਨ ਬ੍ਰਾਹਮਣਾਂ ਦਾ ਰੁਤਬਾ ਬਹੁਤ ਬਣਿਆ ਤੇ ਜਾਤ ਪਾਤ ਹੋਰ ਜ਼ਿਆਦਾ ਕਠੋਰ ਹੋ ਗਈ ਸੀ। ਇਹ ਸਾਰੇ ਫੈਕਟ ਤੁਸੀਂ ਧਿਆਨ 'ਚ ਰੱਖਣੇ ਜੀ। ਇਸ ਸਮੇਂ ਦੌਰਾਨ 3 ਤਰ੍ਹਾਂ ਦੀਆਂ ਸਥਾਨ ਸਨ। ਪਹਿਲਾ ਸਥਾਨ ਉਰ ਸੀ। ਉਰ ਉਹ ਸਥਾਨ ਸੀ ਜਿੱਥੇ ਕਿਸਾਨ ਰਹਿੰਦੇ ਸਨ ਤੇ ਇਹਨਾਂ ਦੀ ਅਗਵਾਈ ਇੱਕ ਮੁਖੀਆ ਦੁਆਰਾ ਕੀਤੀ ਜਾਂਦੀ ਸੀ ਤੇ ਕਿਸਾਨ ਹੈ ਉਹ ਮੁਖੀਆ ਕਿਸਾਨਾਂ ਤੋਂ ਟੈਕਸ ਇਕੱਠਾ ਕਰਦਾ ਸੀ ਤੇ ਗਾਂਹ ਜਾ ਕੇ ਉਹ ਪੱਲਵ ਰਾਜਿਆਂ ਨੂੰ ਅਦਾ ਕਰਦਾ ਸੀ। ਠੀਕ ਹੈ ਜੀ, ਧਿਆਨ ਰੱਖ ਲੈਣਾ ਹੈ। ਉਰ ਅਜਿਹੀ ਸਥਾਨ ਜਿੱਥੇ ਕਿਸਾਨ ਰਹਿੰਦੇ ਸੀ, ਇਹਨਾਂ ਦਾ ਇੱਕ ਮੁਖੀਆ ਹੁੰਦਾ ਸੀ, ਕਿਸਾਨਾਂ ਤੋਂ ਟੈਕਸ ਇਕੱਠਾ ਕਰਕੇ ਉਹ ਪੱਲਵ ਰਾਜਿਆਂ ਨੂੰ ਦਿੰਦਾ ਸੀ। ਸਭਾ ਇੱਕ ਅਜਿਹਾ ਸਥਾਨ ਸੀ, ਇਹ ਅਸਲ ਦੇ ਵਿੱਚ ਬ੍ਰਾਹਮਣਾਂ ਨੂੰ ਦਿੱਤੀ ਗਈ ਜ਼ਮੀਨ ਸੀਗੀ ਤੇ ਇਸ ਨੂੰ ਅਗਰਾੜਾ ਪਿੰਡ ਵੀ ਕਿਹਾ ਜਾਂਦਾ ਸੀ ਤੇ ਟੈਕਸ ਮੁਕਤ ਜ਼ਮੀਨ ਸੀ। ਠੀਕ ਹੈ ਜੀ, ਇਸ 'ਤੇ ਕੋਈ ਟੈਕਸ ਲਗਾਉਣ ਨਹੀਂ ਵਸੂਲ ਕੀਤਾ ਜਾਂਦਾ ਸੀ। ਤੇ ਨਾਗਰਮ ਇਹ ਉਹ ਸਥਾਨ ਸੀ ਜਿੱਥੇ ਵਪਾਰੀ ਲੋਕ ਆ ਜਿਹੜੇ ਉਹ ਰਹਿੰਦੇ ਸਨ ਤੇ ਵਪਾਰ ਕਰਦੇ ਸਨ। ਠੀਕ ਹੈ ਜੀ, ਨਾਗਰਮ, ਸਭਾ ਤੇ ਉਰ, ਇਹ ਧਿਆਨ ਰੱਖਣਾ ਜੀ, ਇੰਪੋਰਟੈਂਟ ਹੈ ਜੀ। ਹਾਂਜੀ, ਪੱਲਵ ਸਮਾਜ ਜਿਸ ਸੱਭਿਆਚਾਰ 'ਤੇ ਆਧਾਰਿਤ ਸੀ ਉਹ ਤੁਹਾਨੂੰ ਦੱਸਣਾ ਹੈ, ਉਹ ਆਰੀਅਨ ਸੱਭਿਆਚਾਰ 'ਤੇ ਆਧਾਰਿਤ ਸੀ ਪੱਲਵ ਸਮਾਜ। ਹਾਂਜੀ, ਕੰਸੀਡਰ ਦੀ ਫੋਲੋਇੰਗ ਵਿਦ ਰੈਫਰੈਂਸ ਟੂ ਦੀ ਪੱਲਵ ਐਡਮਿਨਿਸਟ੍ਰੇਸ਼ਨ। ਪੱਲਵ ਪ੍ਰਸ਼ਾਸਨ ਦੇ ਸੰਬੰਧ ਦੇ ਵਿੱਚ ਹੇਠਾਂ ਦਿੱਤੇ ਜਿਹੜੀਆਂ ਰੈਫਰੈਂਸ ਹੈ ਉਹਨੂੰ ਕੰਸੀਡਰ ਕਰਨਾ ਹੈ ਤੇ ਦੱਸਣਾ ਹੈ ਵੀ ਕਿਹੜੀਆਂ ਸਟੇਟਮੈਂਟ ਦੇ ਵਿੱਚੋਂ ਕਰੈਕਟ ਹੈ। ਲੈਂਡ ਗ੍ਰਾਂਟਡ ਟੂ ਦੀ ਟੈਂਪਲਸ, ਠੀਕ ਹੈ, ਬਾਈ ਪੱਲਵਸ ਵਰ ਕਾਲਡ ਬ੍ਰਹਮਦਿਆ। ਕਹਿੰਦੇ ਮੰਦਰਾਂ ਨੂੰ ਦਾਨ ਕੀਤੀ ਗਈ ਜਿਹੜੀ ਭੂਮੀ ਆ ਉਸ ਨੂੰ ਬ੍ਰਹਮਦਿਆ ਕਿਹਾ ਜਾਂਦਾ ਸੀ। ਇਹ ਗਲਤ ਹੈ ਜੀ, ਮੰਦਰਾਂ ਨੂੰ ਦਾਨ ਨਹੀਂ ਕੀਤੀ ਜਾਂਦੀ ਸੀ, ਅਸਲ ਵਿੱਚ ਬ੍ਰਾਹਮਣਾਂ ਨੂੰ ਦਾਨ ਕੀਤੀ ਜਾਂਦੀ ਸੀ, ਉਹਨੂੰ ਬ੍ਰਹਮਦਿਆ ਕਹਿੰਦੇ ਸੀ। ਹਾਂਜੀ, ਪਹਿਲਾ ਗਲਤ ਹੈ, ਇਹ ਵੀ ਗਲਤ ਹੋ ਗਿਆ ਆਪਣਾ ਤੇ ਇਹ ਵੀ ਗਲਤ ਹੋ ਗਿਆ। ਲੈਂਡ ਗਿਵਨ ਟੂ ਬ੍ਰਾਹਮਣਸ ਵਰ ਐਗਜ਼ੈਂਪਟਡ ਫਰੋਮ ਟੈਕਸ। ਬ੍ਰਾਹਮਣਾਂ ਨੂੰ ਦਿੱਤੀ ਗਈ ਜਿਹੜੀ ਭੂਮੀ ਦਾਨ ਵਿੱਚ ਉਹ ਟੈਕਸ ਮੁਕਤ ਸੀ, ਇਹ ਬਿਲਕੁਲ ਰਾਈਟ ਹੈ ਜੀ। ਠੀਕ ਹੈ ਜੀ। ਅੱਗੇ ਹੈ ਟ੍ਰੇਡਰ ਐਂਡ ਆਰਟੀਜ਼ਨ ਵਰ ਐਗਜ਼ੈਂਪਟਡ ਫਰੋਮ ਟੈਕਸਸ ਫਾਰ ਬੈਟਰ ਗਰੋਥ ਆਫ ਦੀ ਮਾਰਕੀਟ। ਵਪਾਰੀਆਂ ਨੂੰ ਕਹਿੰਦੇ ਟੈਕਸ ਤੋਂ ਮੁਕਤੀ ਸੀ, ਨਹੀਂ ਜੀ, ਇਕੱਲੇ ਬ੍ਰਾਹਮਣਾਂ ਨੂੰ ਹੀ ਟੈਕਸ ਤੋਂ ਮੁਕਤੀ ਸੀ। ਇਹ ਗਲਤ ਹੋ ਗਿਆ, ਪੁਆਇੰਟ ਨੰਬਰ 3 ਵੀ ਗਲਤ ਹੋ ਗਿਆ, ਰਾਈਟ ਆਨਸਰ ਆਪਣੇ ਕੋਲ ਬਣ ਜਾਏਗਾ। ਠੀਕ ਹੈ ਜੀ, ਮੈਨੂੰ ਉਮੀਦ ਹੈ ਅੱਜ ਦਾ ਸੈਸ਼ਨ ਤੁਹਾਨੂੰ ਪਸੰਦ ਆਇਆ ਹੋਵੇਗਾ। ਧੰਨਵਾਦ।